फिर बाबा गया बगदाद नो, बाहर जाए किया अस्ताना। एक बाबा अकाल रूप, दूजा रबाबी मरदाना। कृपा करो दीन के दाते, मेरा गुण अवगुण न विचारो कोई। माटी का क्या दो है स्वामी, मानस की भक्ति आनंद गुणी निधान। गुरु गरीब निवार, गरीब निवार, गरीब निवार। गुरु नानक जिन सोने देखिया, से फिर गर्भास ना परियारे। गुरु नानक जिन सोने देखिया, से फिर गर्भास ना परियारे। गुरु नानक जिन सोने देखिया,
दयाल कृपाल सुख सागर सर्व कटा भरपूरी रे। बेकत सुनत सदा है संगे में मूर्ख जानिया दूरी रे। हार बेअंत हाँ मित कर मरना क्या जाना होए कैसो रे। करो बेनती सतगुर अपने में मूरख देहो उपदेसो रे। मूरख देहो उपदेसो रे। मैं मूर्ख देहो उपदेसो रे। गुरु नानक जिन सुनिया बिखिया से फिर कर वासना भरिया रे। गुरु नानक जिन सुनिया बिखिया से फिर कर वासना भरिया रे। मैं मूर्ख की कीर्तन बात है। मैं मूर्ख की कीर्तन बात है। मैं मूर्ख की कीर्तन बात है। कोट भरा कीर्तनिया रे। गुरु नानक जिन सुनिया बिखिया से फिर कर वासना भरिया रे। गुरु नानक जिन सुनिया बिखिया से फिर कर वासना भरिया रे। से फिर कर वासना भरिया रे। से फिर कर वासना भरिया रे। वाहेगुरु। मैं मूर्ख की केतक बात है। पावन बाणी ਦਾ ਸ਼ਬਦ ਆਪਾਂ ਗਾਇਨ ਕੀਤਾ ਹੈ। ਜਿਸ ਦਰ ਤੇ ਜਿਸ ਨਾਨਕ ਦੀ ਸ਼ਰਨ ਦੇ ਵਿੱਚ ਆਪਾਂ ਸਾਰੇ ਹਾਜ਼ਰੀ ਭਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਦਰ ਤੇ ਜਿਹੜਾ ਵੀ ਆ ਕੇ ਨਤਮਸਤਕ ਹੁੰਦਾ ਹੈ ਉਹਦਾ ਪਾਰ ਉਤਾਰਾ ਉਹਦਾ ਉਧਾਰ ਹੋ ਜਾਂਦਾ ਹੈ। ਉਹਦਾ ਜਨਮ ਮਰਨ ਦਾ ਗੇੜ ਖਤਮ ਹੁੰਦਾ ਹੈ। ਉਹਦੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਮੈਂ ਮੂਰਖ ਕੀ केतक बात है। कोट अपराधी करोड़ा अपराधी जेड़े ने करोड़ा पाप करने वाले जेड़े ने वो आके अपनी भुल बख्शाउंदे ने आके गुरु के प्यारे बनते हैं। कोट अपराधी करे आ गए। गुरु नानक जिन सुनिया वेखिया जिसने गुरु की विचारधारा को जानिया समझिया ते संसार विच सारे जीवां दे विच गुरु नानक का रूप देखिया। गुरु नानक जन सुनिया देखिया से फिर गर्भास न भरिया। फिर वो जन्म मरण के गेड़े विच नहीं पीता। हर बेअंत हाँ वित कर वरनो क्या जाना होए कैसो। अकाल पुरख परमात्मा जिहड़ा है वो बेअंत है। ਉਹਦਾ कोई रूप नहीं कोई जात नहीं कोई पात नहीं कोई ढंग नहीं। पर असी उस मालिक नूं समय दे विच पाबंद जाणदे हां। असी उस मालिक का एक रूप जानते हैं कि वो मालिक एवें दा है नहीं। जदों असी बाणी पढ़ते हैं तो बड़े सोहने विचार सानूं सीखण वास्ते मिलते हैं। चक्कर चिन्ह अर वर्ण जात अर पात नहन जिहे रूप रंग अर रेख भेख को कह ना सकत के। मालिक के बहुत रूप ने, वो किसी भी रूप के विच आके तुहाडे जीवन नूं सवार सकता है। हर बेअंत हौं वित कर वरनो क्या जानना होए कैसो रे। करो बेनती सतगुर अपने मैं मूर्ख
ਉਪਦੇਸ਼ ਹੋ ਜੇ। ਇੱਕ ਬੇਨਤੀ, ਇੱਕ ਫਰਿਆਦ ਸ਼ਬਦ ਦੇ ਰਾਹੀਂ ਆਪਾਂ ਕਰਨੀ ਹੈ ਕਿ ਅਸੀਂ ਨਾ ਸਮਝ ਇਨਸਾਨ ਹਾਂ, ਅਸੀਂ ਮੂਰਖ ਹਾਂ, ਸਾਨੂੰ ਸਮੱਤ ਦਿਓ, ਸਾਡੇ ਜੀਵਨ ਵਿੱਚ ਗਿਆਨ ਪੈਦਾ ਕਰ ਦਿਓ। ਇੱਕ ਫਰਿਆਦ ਆਪਾਂ ਸਾਰਿਆਂ ਨੇ ਕਰਨੀ ਹੈ। ਆਓ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ, ਉਦਾਸੀਆਂ ਦੇ ਵਿੱਚੋਂ ਇੱਕ ਘਟਨਾ ਦਾ ਜ਼ਿਕਰ ਆਪਾਂ ਸਾਂਝਾ ਕਰੀਏ ਤੇ ਵਿਚਾਰੀਏ ਕਿ ਉਸ ਘਟਨਾ ਤੋਂ, ਉਸ ਇਤਿਹਾਸ ਦੀ ਲੜੀ ਤੋਂ, ਉਸ ਸਾਖੀ ਤੋਂ ਸਾਡੇ ਜੀਵਨ ਵਿੱਚ ਕੀ ਤਬਦੀਲੀ ਆ ਸਕਦੀ ਹੈ। ਉਦਾਸੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਸੰਸਾਰ ਦੀ ਤਪਦੀ ਹੋਈ ਲੁਕਾਈ ਨੂੰ ਤਾਰਦੇ ਹੋਏ ਲਾਹੌਰ ਸ਼ਹਿਰ ਦੇ ਵਿੱਚ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਨੇ। ਲਾਹੌਰ ਸ਼ਹਿਰ ਵਿੱਚ ਉੱਥੋਂ ਦਾ ਇੱਕ ਸੇਠ ਜਿਹਦਾ ਨਾਮ ਦੁਨੀ ਚੰਦ ਹੈ, ਉਹਨੇ ਸੁਨੇਹਾ ਭੇਜਿਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਘਰ ਵਿੱਚ ਆ ਕੇ ਪ੍ਰੀਤ ਭੋਜ ਕਰਨ। ਮੈਂ ਆਪ ਸੰਗਤ ਦੀ ਜਾਣਕਾਰੀ ਵਾਸਤੇ ਦੱਸਦੇ ਹਾਂ। ਇੱਕ ਸੁਨੇਹਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਹਿਮਦਾਬਾਦ ਦੀ ਧਰਤੀ ਤੇ ਵੀ ਮਿਲਿਆ ਸੀ, ਮਲਕ ਭਾਗੋ ਦਾ। ਉਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਭਾਈ ਲਾਲੋ ਦੇ ਘਰ ਰੁਕੇ ਸਨ। ਇੱਕ ਗਰੀਬ ਦੇ ਘਰ ਇੱਕ ਝੋਪੜੀ ਦੇ ਵਿੱਚ ਸਤਿਗੁਰੂ ਜੀ ਵਿਸ਼ਰਾਮ ਕਰਦੇ ਸਨ ਤੇ ਮਲਕ ਭਾਗੋ ਨੇ ਕਿਹਾ ਸੀ ਕਿ ਮੈਂ ਇੰਨਾ ਅਮੀਰ ਤੇ ਇੰਨਾ ਧਨਾਢ ਹਾਂ, ਮੈਂ ਉੱਚੀ ਜਾਤ ਦਾ ਵੀ ਹਾਂ ਤੇ ਤੁਸੀਂ ਮੇਰੇ ਘਰ ਕਿਉਂ ਨਹੀਂ ਟਿਕੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਅਸੀਂ ਪਿਆਰ ਦੇ ਭੁੱਖੇ ਹਾਂ, ਧਨ ਦੇ ਭੁੱਖੇ ਨਹੀਂ। ਉਹਨੇ ਜਿੱਦ ਕੀਤੀ ਕਿ ਮੇਰੇ ਘਰ ਬ੍ਰਾਹਮਣਾਂ ਦਾ ਪ੍ਰੀਤ ਭੋਜ ਹੈ, ਤੁਸੀਂ ਆ ਕੇ ਜ਼ਰੂਰ ਉਸ ਵਿੱਚ ਹਾਜ਼ਰੀ ਭਰੋ, ਉਸ ਵਿੱਚ ਆ ਕੇ ਭੋਜਨ ਛਕੋ। ਵਾਰ-ਵਾਰ ਕਹਿਣ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਗਏ ਸਨ ਤੇ ਸਤਿਗੁਰੂ ਜੀ ਨੇ ਭੋਜਨ ਤੇ ਛਕਿਆ ਔਰ ਉੱਥੇ ਉਪਦੇਸ਼ ਦਿੱਤਾ ਸੀ ਕਿ ਮਲਕ ਭਾਗੋ, ਅਸੀਂ ਤੇਰੇ ਘਰ ਤਾਂ ਨਹੀਂ ਰੁਕੇ, ਤੇਰੀ ਜਿਹੜੀ ਇਹ ਕਮਾਈ ਹੈ ਇਹ ਖੂਨ ਦੀ ਹੈ, ਤੇਰੀ ਇਹ ਜਿਹੜੀ ਕਮਾਈ ਹੈ ਲੋਕਾਂ ਦਾ ਹੱਕ ਤੋਂ ਖੋਹ ਕੇ ਅਮੀਰ ਬਣਿਆ ਹੈ, ਤੇਰੀ ਜਿਹੜੀ ਇਹ ਕਮਾਈ ਹੈ ਤੂੰ ਦੂਜਿਆਂ ਤੇ ਅਤਿਆਚਾਰ ਕਰਕੇ, ਦੂਜਿਆਂ ਦਾ ਖੂਨ ਡੋਲ ਕੇ, ਦੂਜਿਆਂ ਦੇ ਹੱਕ ਮਾਰ ਕੇ ਤੂੰ ਅਮੀਰ ਬਣਿਆ ਹੈ, ਇਸ ਕਰਕੇ ਤੇਰੀ ਕਮਾਈ ਦੇ ਵਿੱਚੋਂ ਸਾਨੂੰ ਖੂਨ ਦਿਸਦਾ ਹੈ। ਤੇ ਭਾਈ ਲਾਲੋ ਦੀ ਜਿਹੜੀ ਕਮਾਈ ਹੈ ਉਹ ਕਿਰਤ ਦੀ ਕਮਾਈ ਹੈ, ਉਹ ਮਿਹਨਤ ਦੀ ਕਮਾਈ ਹੈ, ਉਹ ਸੁੱਕੀਆਂ ਕੋਤਰੇ ਦੀਆਂ ਜਿਹੜੀਆਂ ਰੋਟੀਆਂ ਨੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਆਨੰਦ ਆਉਂਦਾ ਹੈ ਕਿਉਂਕਿ ਉਹਦੇ ਅੰਦਰ ਮਿਹਨਤ ਹੈ। ਇੱਥੇ ਭਾਈ ਦੁਨੀ ਚੰਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੁਨੇਹਾ ਭੇਜਦੇ ਨੇ। ਪਾਤਸ਼ਾਹ ਜੀ ਜਾਂਦੇ ਨੇ, ਬਹੁਤ ਸਾਰੇ ਬ੍ਰਾਹਮਣ ਉੱਥੇ ਭੋਜਨ ਛਕਣ ਵਾਸਤੇ ਇਕੱਤਰ ਹੋਏ ਹੁੰਦੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠਦੇ ਨੇ, ਭੋਜਨ ਛਕਦੇ ਨੇ ਤੇ ਦੁਨੀ ਚੰਦ ਨੂੰ ਕਹਿੰਦੇ ਨੇ ਕਿ ਜਿਹੜਾ ਪ੍ਰੋਗਰਾਮ ਹੈ ਇਹ ਤੂੰ ਇੰਨਾ ਇਕੱਠ ਕੀਤਾ ਕਿਸ ਵਾਸਤੇ ਕੀਤਾ? ਕਹਿੰਦਾ ਬਾਦਸ਼ਾਹ ਸਰਾਧਾਂ ਦੇ ਦਿਨ ਚੱਲਦੇ ਨੇ ਤੇ ਮੈਂ ਆਪਣੇ ਪਿਤਾ ਦੀ ਯਾਦ ਵਿੱਚ ਇਹ ਸਰਾਧ ਕਰਾਇਆ ਤੇ ਇਹ ਜਿਹੜਾ ਪਦਾਰਥ 36 ਪ੍ਰਕਾਰ ਦੇ ਪਦਾਰਥ ਮੈਂ ਬਣਾਏ ਨੇ ਨਾ, ਇਹ ਉਸ ਆਪਣੇ ਪਿਤਾ ਨੂੰ ਸਮਰਪਿਤ ਨੇ। ਮੈਂ ਆਪਣੇ ਪਿਤਾ ਨੂੰ ਇਹ ਪ੍ਰੀਤ ਭੋਜ ਛਕਾਇਆ ਹੈ, ਇਹ ਥਾਲ ਜਿਹੜਾ ਹੈ ਆਪਣੇ ਪਿਤਾ ਦਾ ਕਦੇ। ਪਾਤਸ਼ਾਹ ਜੀ ਕਹਿਣ ਲੱਗੇ ਠੀਕ ਹੈ। ਕਹਿੰਦੇ ਮੈਂ ਥੋੜੇ ਕੁ ਦਿਨਾਂ ਵਾਸਤੇ ਇਸ ਸ਼ਹਿਰ ਤੋਂ ਬਾਹਰ ਜਾਣਾ ਹੈ, ਆ ਇੱਕ ਛੋਟੀ ਜਿਹੀ ਸੂਈ ਹੈ, ਇਹ ਸੂਈ ਆਪਣੇ ਕੋਲ ਸੰਭਾਲ ਕੇ ਰੱਖ, ਜਦੋਂ ਮੈਂ ਵਾਪਸ ਆਵਾਂਗਾ ਤੇ ਮੈਨੂੰ ਦੇ ਦੇਵੀ, ਜੇ ਮੈਂ ਨਾ ਆਇਆ ਤੇ ਅਗਲੇ ਜਨਮ ਦੇ ਵਿੱਚ ਇਹ ਜਿਹੜੀ ਸੂਈ ਹੈ ਇਹ ਮੈਂ ਤੇਰੇ ਕੋਲੋਂ ਲੈ ਲਵਾਂਗਾ। ਦੁਨੀ ਚੰਦ ਹੈਰਾਨ ਹੋਇਆ, ਕਹਿਣ ਲੱਗਾ ਪਾਤਸ਼ਾਹ ਇਸ ਵਾਰ ਦੁਬਾਰਾ ਪਰਤ ਕੇ ਆਓਗੇ ਤੇ ਮੈਂ ਸੰਭਾਲ ਕੇ ਰੱਖਾਂਗਾ, ਦੇ ਸਕਦਾ ਹਾਂ, ਪਰ ਅਗਲੇ ਜਨਮ ਦੇ ਵਿੱਚ ਮੈਂ ਕਿਵੇਂ ਦੇਵਾਂਗਾ? ਅਗਲੇ ਜਨਮ ਦੇ ਵਿੱਚ ਇਹ ਸੂਈ ਕਿਵੇਂ ਪਹੁੰਚ ਸਕਦੀ ਹੈ? ਪਾਤਸ਼ਾਹ ਜੀ ਨੇ ਇੱਕ ਉਦਾਹਰਣ ਦੇ ਕੇ ਉਹਨੂੰ ਸਮਝਾਉਣਾ ਸੀ। ਕਹਿੰਦੇ ਦੁਨੀ ਚੰਦ, ਜੇ ਮੇਰੀ ਇਹ ਛੋਟੀ ਜਿਹੀ ਸੂਈ ਅਗਲੇ ਜਨਮ ਵਿੱਚ ਨਹੀਂ ਪਹੁੰਚ ਸਕਦੀ, ਫਿਰ ਤੇਰੇ ਪਿਤਾ ਨੂੰ ਕਈ ਸਾਲ ਹੋ ਗਏ ਨੇ ਕਿ ਦੁਨੀਆ ਤੋਂ ਗਿਆ ਹੋਇਆ ਨੂੰ, ਤੇ ਤੇਰਾ ਇਹ ਜਿਹੜਾ ਪਦਾਰਥ ਹੈ, ਇਹ ਜਿਹੜੀ ਤੂੰ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਅਨੇਕਾਂ ਢੰਗ ਦੇ ਪਕਵਾਨ ਪਕਾ ਕੇ ਅਨੇਕਾਂ ਭੇਟਾਵਾਂ ਭੇਟ ਕਰ ਰਹੇ ਹੈ ਕਿ ਉਹਨੂੰ ਪਹੁੰਚ ਸਕਦੀਆਂ ਨੇ। ਜਾ ਦੇਖ
तेरा जिहड़ा बाप है, तेरा जिहड़ा पिता है, बघियाड़ दी जून दे विच कई दिनां दा भुक्खा एक झाड़ दे विच बैठा है, उस नूं भोजन नहीं मिलिया, वो बुढ़ा हो गया, शिकार मार नहीं सकता, ते ओहदा जाके पेट भर। ये संसार के उपर जिहड़े पखंड ने, ये जिहड़े कर्म कांड ने, इन्हां तों बच। सतगुरां ने एक बाणी दा शब्द उत्थे उचारण किया, कहते जीवत पितर ना मानै को, मुए श्राद्ध कराई, पितर भी बखुरे को क्यों पावै, कौआ कुकर खाए। तुसीं देखिया होवेगा, क्योंकि ये जिहड़ा दिन ने ये हिंदू मत दे विच ने। असीं अपनी सोच नूं बदलना ही चाहुंदे, क्योंकि हिंदू मत जिहड़ा है उहदी हमेशा की कोशिश रहिंदी है कि जिहड़े सिख ने ये साडी शाखा है, सिख साडे विच ने, असीं सिखां दे नाल हां, ते सिख जिहड़े ने वो हिंदू ने, बौद्धाधारी हिंदू ने, कहते ये केसाधारी हिंदू ने। असीं उन्हां तो वखरा होना नहीं चाहुंदे। उन्हां दी जिहड़ी क्रिया है, उन्हां दे जिहड़े दिन ने, असीं बड़े खुशियां दे नाल मनाई जांदे। जदों असीं बाणी तो सेध लैंदे हां, बाणी नूं पढ़दे हां, फिर सानूं समझ आउंदी है नहीं, धन गुरु नानक देव महाराज ने सिख धर्म की स्थापना की। सिख धर्म एक नवेकला ते वखरा धर्म है। हुण जीवत पितर ना माने को, मोए श्राद्ध कराही, पितर दी बपरे को क्यों पावै, कौआ कुकर खाही। चराइयां के उपर श्राद्धां के दिनों में तुसीं देखिया होवेगा, जां मंदिरां के बाहर पूड़ियां, कड़ाह, खीर इनू रखिया जाता है, तो कां कुत्ते आके उत्थों खांदे ने। उन्हां दी एक आस्था है कि जिहड़ा भोजन है साडे वडेरियां नूं पहुंचदा। हुण सतगुरु जी कहते हैं कि जिउंदे जी ते तूं मां बाप की सेवा नहीं कीती। जदों उन्हां नूं चंगे भोजन की लोड़ सी, जदों वो बुढ़ेपे दे विच उन्हां दे दंद नहीं सन, उन्हां नूं नरम भोजन की लोड़ सी, उस वेले ते तूं उन्हां नूं भोजन छकाया ना। जिस वेले उन्हां नूं वस्त्रां की लोड़ सी, शरीर बुढ़ा हो गया सी, गर्म वस्त्र चाहिए सन, उस वेले तूं अपने फैशनां दे विच मस्त रहा, अपने बाप का, अपनी मां का ख्याल ना कीता। ते ये जिहड़े तेरे हुण बनाए पकवान, इस लोक विखावा जिहड़ा तूं कर रहा, ये किस काम? अज के युग विच आपां देखते हैं, क्योंकि अकाल पुरख परमात्मा नूं साडी ड्यूटी है, असीं घरां दे विच जांदे हां, समागमां विच, प्रोग्रामां दे विच। एक घटना जो मैं कन्नां दे नाल सुनी, आप संगत नाल साझी करां। एक माई चढ़ाई कर गई ते असीं कीर्तन करन वास्ते गए। उन्होंने एक साइड से सानू बिठाया, असीं उत्थे जल पानी छक रहे सन, ते विच एक पर्दा सी टेंट का। दूजी साइड से कुछ मातावां भैणां गल्लां करदियां सन, क्योंकि मातावां भैणां की एक आदत, एक सुभाव हुंदा है कि अगर ये 2-4 बैठियां ने तो चुप करके नहीं बैठ सकदी, कदे भी चुप करके नहीं बैठ सकदियां, क्योंकि इन्हां ने विचारां, इन्हां ने गल्लां, दुख सुख घर दे जिहड़े ने वो एक दूजे दे नाल खोलणे, ये सुभाव है। हुण असीं बैठे सां ते साडे कन्नां विच उन्हां दी आवाज़ आ रही सी, कहदी शुक्र है रब दा, जदों माई जींदी सी ते विचारी लोकां कोलों रोटी मंग के खांदी सी। चलो जिउंदे जी रोटी नसीब नहीं हुई, पर मरी नूं ते रसगुल्ले, गुलाब जामुन खाण नूं मिलदे। साडे कन्नां दे विच आवाज़ पई, मैं क्या हद हो गई। देखो सेवा ते करनी सी जिउंदियां जी, सेवा संभाल करके उन्हां दी खुशियां, उन्हां दे आशीर्वाद, उन्हां दे प्यार लैणे सन जिउंदे जी, पर वो अज दुनिया तो चले गए। हो सकता वो बेचारी भुख दी मारी मर गई होवे, पर अज असीं लोकां नूं खुश करन वास्ते, संसार नूं खुश करन वास्ते ये जिहड़ा अडंबर है, ये जिहड़ा पखंड है, ये करदे, कर्जा चुकदे। देखते हैं कि फलाने घर ने उन्होंने गोटे को बड़ा वड्डा कीता सी, गोटे का बड़ा वड्डा कट कीता सी, जलेब, गुलाब जामुन, रसगुल्ले कटे सन, ते असीं घट क्यों करिए? भावें बाणीए दे कोलों पैसा उधार चुक्या होवे, उही उधार पैसा जिहड़ा चुक्या है, गुरु प्यारिओ साडा दुखदाई साडे वास्ते बन गया, क्योंकि असीं लिमिट दे नाल खर्चा नहीं करते। की होया? सतगुरु गुरु नानक देव महाराज उपदेश देंदे ने सच दा। हुण जिहड़ी मेरी ये विचार है, इसनूं गलत पासे ना लैके जाना, क्योंकि मैं पहला भी कई बार बेनती कर चुकिया कि चंगी गल जिहड़ी है उहनूं आपां घट सोचदे, उहदे चों उल्टा बहुत जल्दी सोचण लग पैंदे, तकरार बड़ी छेती पैदा करते हैं, खास करके सिख कौम दे विच।
ਹੁਣ ਇਹ ਨਾ ਸੋਚਣਾ ਕਿ ਜਿਹੜੇ ਸਾਡੇ ਵਡੇਰੇ ਸਾਨੂੰ ਛੱਡ ਕੇ ਗਏ ਨੇ ਅਸੀਂ ਉਹਨਾਂ ਨੂੰ ਯਾਦ ਨਾ ਕਰੀਏ। ਪਾਤਸ਼ਾਹ ਕਹਿੰਦੇ ਨਹੀਂ, ਯਾਦ ਕਰ। ਜਦੋਂ ਉਹਨਾਂ ਦਾ ਦਿਨ, ਉਹਨਾਂ ਦਾ ਸਮਾਂ ਆਉਂਦਾ ਹੈ ਤੇ ਗੁਰੂ ਦਾ ਆਸਰਾ ਤੱਕ, ਬਾਣੀ ਨੂੰ ਪੜ੍ਹ, ਬਾਣੀ ਦੀ ਵਿਚਾਰਧਾਰਾ ਸਮਝ, ਉਹਨਾਂ ਦੇ ਵਿੱਚ ਅਰਦਾਸ ਕਰ। ਪਰ ਕੇਵਲ ਸਰਾਧਾਂ ਦੇ ਦਿਨਾਂ ਦੇ ਵਿੱਚ ਤੂੰ ਜ਼ੋਰ ਨਾ ਬਣ। ਤੁਸੀਂ ਦੇਖਿਆ ਹੋਣਾ ਕਿ ਸਰਾਧਾਂ ਦੇ ਦਿਨਾਂ ਦੇ ਵਿੱਚ ਇਹ ਪੰਡਤਾਂ ਬ੍ਰਾਹਮਣਾਂ ਦੀ ਕਾਟ ਹੈ। ਉਹਨਾਂ ਦਿਨਾਂ ਦੇ ਵਿੱਚ ਹੋਰ ਪੰਡਤਾਂ ਨੂੰ, ਬ੍ਰਾਹਮਣਾਂ ਨੂੰ, ਸਾਡੇ ਵਰਗੇ ਨੂੰ ਕੋਈ ਕੰਮ ਨਹੀਂ ਹੁੰਦਾ। ਪ੍ਰੋਗਰਾਮ ਬਾਹਰ ਜ਼ਿਆਦਾ ਹੁੰਦੇ ਨਹੀਂ, ਵਿਆਹ ਸ਼ਾਦੀਆਂ ਹੁੰਦੀਆਂ ਨਹੀਂ, ਸਰਾਧ ਚੱਲਦੇ ਨੇ। ਫਿਰ ਬ੍ਰਾਹਮਣਾਂ ਨੇ ਇੱਕ ਸੋਚ, ਇੱਕ ਕਾਟ ਕੱਢੀ ਕਿ ਉਹਨਾਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਪ੍ਰਸ਼ਾਦੇ ਛਕੀ ਜਾਣ, ਇਹਨਾਂ ਘਰਾਂ ਵਿੱਚ ਜਾ ਕੇ ਪੂੜੀਆਂ ਛਕੀਆਂ ਜਾਣ। ਫਿਰ ਸਾਡੇ ਵਰਗੇ ਜਾਂਦੇ ਨੇ ਦਿਹਾੜੀ 'ਚ 3-3 4-4 ਘਰਾਂ ਦੇ ਵਿੱਚੋਂ ਪ੍ਰਸ਼ਾਦਾ ਛਕਣਾ। 3-3 4-4 ਘਰਾਂ ਦੇ ਵਿੱਚੋਂ ਭਾਵੇਂ ਸਾਡਾ ਪੇਟ ਖਰਾਬ ਹੋ ਜਾਏ ਪਰ ਸਾਨੂੰ ਛਕਣਾ ਪੈਂਦਾ, ਕਿਉਂਕਿ ਨਾਲ ਤੁਸੀਂ ਪੈਸੇ ਦਿੰਦੇ ਹੋ। ਇਹ ਕੌੜੇ ਸੱਚ ਨੇ। ਇਹਨਾਂ ਚੀਜ਼ਾਂ ਤੇ ਅਸੀਂ ਅਮਲ ਕਰਨਾ, ਇਹਨਾਂ ਚੀਜ਼ਾਂ ਤੇ ਅਸੀਂ ਜ਼ੋਰ ਦੇਣਾ। ਹੁਣ ਪਾਤਸ਼ਾਹ ਜੀ ਕਹਿੰਦੇ ਵੀ ਤੇਰਾ ਬਾਪ, ਤੇਰੀ ਮਾਂ ਤੈਨੂੰ ਸਰਦੀਆਂ ਦੇ ਦਿਨਾਂ ਵਿੱਚ ਅਗਰ ਛੱਡ ਕੇ ਗਈ ਹੈ, ਫਿਰ ਤੂੰ ਉਹਨਾਂ ਦਾ ਸਰਾਧਾਂ ਦੇ ਦਿਨਾਂ ਵਿੱਚ ਕਿਉਂ ਕਰਦਾ? ਉਹ ਦਿਨ ਚੇਤੇ ਰੱਖ। ਜੇ ਤੇਰੀ ਮਾਂ ਨੇ, ਤੇਰੇ ਬਾਪ ਨੇ ਤੇਰਾ ਜਨਮ ਚੇਤੇ ਰੱਖਿਆ, ਤੇਰੇ ਜਨਮ ਦਿਨ ਵਾਲੇ ਦਿਨ ਉਹਨੇ ਪਰਿਵਾਰ ਵਿੱਚ ਖੁਸ਼ੀਆਂ ਵੰਡੀਆਂ, ਗੁਰੂ ਘਰ ਵਿੱਚ ਆ ਕੇ ਅਰਦਾਸਾਂ ਕੀਤੀਆਂ, ਤੂੰ ਉਹਨਾਂ ਦੇ ਦਿਨ ਚੇਤੇ ਰੱਖ। ਉਹਨਾਂ ਦਿਨਾਂ ਵਿੱਚ ਬਾਣੀ ਦਾ ਆਸਰਾ ਤੱਕ, ਉਹਨਾਂ ਦਿਨਾਂ ਦੇ ਵਿੱਚ ਤੂੰ ਪ੍ਰੀਤ ਭੋਜ ਕਰ, ਉਹਨਾਂ ਦਿਨਾਂ ਦੇ ਵਿੱਚ ਪਰਿਵਾਰ ਦੀ ਸੇਵਾ ਕਰ, ਨਿਮਾਣਿਆਂ ਦੀ ਸੇਵਾ ਕਰ, ਭੁੱਖਿਆਂ ਦੀ ਸੇਵਾ ਕਰ, ਭੁੱਖਿਆਂ ਨੂੰ ਰਜਾ। ਜੇ ਰੱਜਿਆਂ ਨੂੰ ਰਜਾਇਆ ਤੇ ਉਹਦਾ ਲਾਭ, ਉਹਦਾ ਫਾਇਦਾ ਕੋਈ ਨਹੀਂ। ਇੱਕ ਪੰਡਤ ਕੱਲ ਦੇ ਵਿੱਚੋਂ ਗੱਲ ਚੇਤੇ ਆ ਜਾਂਦੀ। ਉਹਨਾਂ 3-4 ਘਰਾਂ ਦੇ ਵਿੱਚ ਉਹਨੇ ਪ੍ਰਸ਼ਾਦਾ ਛਕ ਲਿਆ ਤੇ ਚੌਥੇ ਘਰ, 5ਵੇਂ ਘਰ ਉਹਨੇ ਫੇਰ ਜਾਣਾ ਸੀ। ਤੇ ਜ਼ਿਮੀਂਦਾਰ ਸੀ, ਕਿਉਂਕਿ ਜਿਹੜੇ ਫਾਰਮਰ ਹੁੰਦੇ ਨੇ ਖਵਾਉਣ ਪਿਆਉਣ ਵਿੱਚ ਢਿੱਲ ਨਹੀਂ ਕਰਦੇ। ਉਹ 5ਵੇਂ ਘਰ ਵਿੱਚ ਚਲਾ ਗਿਆ ਪ੍ਰਸ਼ਾਦਾ ਛਕਣ ਵਾਸਤੇ ਤੇ ਹੁਣ ਪੇਟ ਪਹਿਲਾਂ ਭਰਿਆ ਸੀ। ਇੱਕ ਪੂੜੀ ਖਾਧੀ, ਥੋੜੀ ਜਿਹੀ ਖੀਰ ਲਈ ਤੇ ਕਹਿਣ ਲੱਗਾ ਕਿ ਬਸ ਹੁਣ ਮੈਂ ਸੰਤੁਸ਼ਟ ਹੋ ਗਿਆ। ਜ਼ਿਮੀਂਦਾਰ ਕਹਿੰਦਾ ਕਿ ਇੰਨੇ ਪਕਵਾਨ ਪਕਾਏ ਨੇ, ਖੀਰ ਬਹੁਤ ਜ਼ਿਆਦਾ ਬਣਾਈ ਹੈ, ਇਹਨੇ ਤੇ ਇੱਕ ਕੜਛੀ ਲਈ ਤੇ ਇਹ ਬਾਕੀ ਖੀਰ ਕੌਣ ਖਾਏਗਾ? ਹੁਣ ਮਨ ਵਿੱਚ ਇੱਕ ਸੋਚ ਆਈ ਕਿ ਉਹ ਕਿਉਂ ਨਾ ਇੱਕ ਲਾਲਚ ਦੇਖ ਕੇ ਪੰਡਤ ਨੂੰ ਹੋਰ ਜ਼ਿਆਦਾ ਖੀਰ ਖਵਾਈ ਜਾਵੇ, ਕਿਉਂਕਿ ਅੰਦਰ ਆਸਥਾ ਹੁੰਦੀ ਹੈ ਕਿ ਜਿੰਨਾ ਅਸੀਂ ਜ਼ਿਆਦਾ ਖਵਾਵਾਂਗੇ ਤੇ ਓਨਾ ਹੀ ਸਾਡੇ ਮਾਂ ਨੂੰ, ਸਾਡੇ ਬਾਪ ਨੂੰ ਇਹ ਪ੍ਰਸ਼ਾਦ, ਇਹ ਲੰਗਰ ਪਹੁੰਚੇ। ਕਹਿਣ ਲੱਗੇ ਪੰਡਤ ਜੀ ਇੱਕ ਕੜਛੀ ਖੀਰ ਦੀ ਹੋਰ ਲੈ ਲਓ। ਪੰਡਿਤ ਜੀ ਕਹਿੰਦੇ ਨਹੀਂ ਜੀ, ਮੇਰਾ ਪੇਟ ਭਰ ਗਿਆ। ਕਹਿੰਦੇ ਇੱਕ ਖੀਰ ਦੀ ਕੜਛੀ ਦੇ 10 ਰੁਪਏ। ਹੁਣ ਅੰਦਰ ਲਾਲਚ ਆ ਗਿਆ, ਕਹਿੰਦਾ ਚਲੋ ਫਿਰ 2 ਪਾ ਦਿਓ। 2 ਕੜਛੀਆਂ ਜ਼ਿਮੀਂਦਾਰ ਨੇ ਹੋਰ ਪਾ ਦਿੱਤੀਆਂ। ਪੰਡਤ ਨੇ ਔਖੀ ਸੌਖੀ ਹੋ ਕੇ ਖਾ ਲਈਆਂ। ਫਿਰ ਕਹਿਣ ਲੱਗੇ ਕਿ ਪੰਡਤ ਜੀ ਹੁਣ ਇੱਕ ਕੜਛੀ ਦੇ 20 ਰੁਪਏ। ਕਹਿੰਦਾ ਫਿਰ 2 ਹੋਰ ਪਾ ਦਿਓ। 2 ਕੜਛੀਆਂ ਹੋਰ ਪਵਾ ਲਈਆਂ। ਫਿਰ ਖਾਣ ਲੱਗ ਪਿਆ। ਹੁਣ ਕਹਿੰਦਾ ਪੰਡਤ ਜੀ ਲਾਸਟ ਵਾਰ ਇੱਕ ਕੜਛੀ ਦੇ 50 ਰੁਪਏ। ਕਹਿੰਦਾ ਚੱਲ ਫਿਰ 2 ਹੋਰ ਪਾ ਦੇ। 2 ਹੋਰ ਪਾ ਲਈਆਂ, ਖਾ ਲਿਆ। ਹੁਣ ਉਹਨਾਂ ਦੀ ਅਰਦਾਸ, ਉਹਨਾਂ ਦੇ ਪਿਤਰਾਂ ਦੀ ਅਰਦਾਸ ਕਰਕੇ ਵਾਪਸ ਘਰ ਨੂੰ ਤੁਰਿਆ। ਅਫਰੇਵਾ ਹੋ ਗਿਆ, ਤੁਰਿਆ ਨਾ ਜਾਵੇ। ਕਦੇ ਬੈਠਦਾ ਹੈ, ਕਦੇ ਉੱਠਦਾ ਹੈ, ਕਦੇ ਤੁਰਦਾ ਹੈ, ਬੜਾ ਪਰੇਸ਼ਾਨ ਹੈ। ਕਿਸੇ ਨੇ ਪੁੱਛਿਆ ਕਿ ਰਸਤੇ 'ਚ ਕੋਈ ਡਾਕਟਰ ਹੈ? ਦੱਸਿਆ ਵੀ ਹਾਂ ਇੱਥੇ ਇੱਕ ਝੋਲਾ ਛਾਪ ਡਾਕਟਰ ਹੈ, ਉਹਦੇ ਕੋਲੋਂ ਦਵਾਈ ਹੈ। ਉਸ ਡਾਕਟਰ ਦੇ ਕੋਲ ਚਲਾ ਗਿਆ। ਤੁਸੀਂ ਦੇਖਿਆ ਹੋਣਾ ਜਿਹੜੇ ਝੋਲਾ ਛਾਪ ਡਾਕਟਰ ਹੁੰਦੇ ਨੇ, ਉਹਨਾਂ ਨੇ 5-7 ਕੁੜੀਆਂ, ਇੱਕ ਕੁੜੀ ਦੇ ਵਿੱਚ 5-7 ਗੋਲੀਆਂ ਬੰਨ੍ਹ ਕੇ ਦੇ ਦੇਣੀਆਂ ਕਿ ਕੋਈ ਨਾ ਕੋਈ ਤੇ ਅਸਰ ਕਰ ਜਾਵੇਗੀ। ਉਹਨੇ 3 ਖੁਰਾਕਾਂ ਬਣਾਈਆਂ, ਬਣਾ ਕੇ ਕਹਿਣ ਲੱਗਾ ਇੱਕ ਹੁਣ ਖਾ ਲਾ, ਇੱਕ ਸ਼ਾਮ ਨੂੰ ਖਾ ਲਈ, ਇੱਕ ਸਵੇਰੇ ਖਾ ਲਈ। ਕਹਿੰਦਾ ਡਾਕਟਰ ਸਾਹਿਬ ਅਗਰ ਇਹ ਕੁੜੀਆਂ ਖਾਣ ਦੀ ਜਗ੍ਹਾ ਹੁੰਦੀ ਤੇ ਮੈਂ 2 ਕੜਛੀਆਂ ਹੋਰ ਨਾ ਖਾ ਕੇ ਆਉਂਦਾ। ਇੰਝ ਕਰੋ ਕਿ ਮੇਰੇ ਪੇਟ ਦੇ ਉੱਪਰ ਕੋਈ ਮਾਲਣ ਵਾਲੀ ਮਲਮ ਦੇ ਦਿਓ, ਕੋਈ ਦਵਾਈ ਦੇ ਦਿਓ ਜੋ ਮੈਂ ਪੇਟ ਦੇ ਉੱਪਰ ਲਾ ਸਕਾਂ, ਕਿਉਂਕਿ ਅੰਦਰ ਤੇ ਜਗ੍ਹਾ ਹੀ ਨਹੀਂ ਹੈ। ਇਹ ਹਾਲਾਤ ਅਸੀਂ ਖੁਦ ਬਣਾਉਂਦੇ ਹਾਂ ਸਾਡੇ ਵਰਗਿਆਂ। ਇਸ ਕਰਕੇ ਆਪ ਗਿਆਨਵਾਨ ਹੋਵੋ, ਆਪ ਸਮਝਦਾਰ ਹੋਵੋ। ਜਦੋਂ ਤੁਹਾਡੇ ਵਡੇਰਿਆਂ ਦੇ ਦਿਨ ਆਉਂਦੇ ਨੇ, ਉਹਨਾਂ ਦਿਨਾਂ ਵਿੱਚ ਬਾਣੀ ਦਾ ਆਸਰਾ ਤੱਕੋ, ਉਹਨਾਂ ਦਿਨਾਂ ਵਿੱਚ ਅਰਦਾਸ ਕਰੋ, ਉਹਨਾਂ ਦਿਨਾਂ ਵਿੱਚ ਆਪਣੇ ਘਰ ਪਿਆਰਿਆਂ ਨੂੰ ਸਤੋ, ਲੰਗਰ ਛਕਾਓ, ਉਹਨਾਂ ਦੀ ਸੇਵਾ ਕਰੋ, ਕੀਰਤਨ ਕਰੋ, ਬਾਣੀ ਪੜ੍ਹੋ। ਇਹ ਵੀ ਚੰਗੇ ਗੁਣ ਨੇ। ਪਰ ਕੇਵਲ ਸਰਾਧਾਂ ਦੇ ਦਿਨਾਂ ਦੇ ਵਿੱਚ ਮਾਰਾਮਾਰੀ ਨਾ ਕਰਿਆ ਕਰੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਉਪਦੇਸ਼ ਹੈ, ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ, ਪਿੱਤਰ ਕੀ ਬਪਰੇ ਕੋ ਕਿਉਂ ਪਾਵੈ,
कौवा कुकर खाही। मैं मूर्ख की केतक बात है, कोट परा दी करिया रे। गुरु नानक जिन सुनिया वेखिया, से फिर गर्भास न भरिया। ये उपदेश धन गुरु नानक देव महाराज जी का है। सो आओ इन्हीं सेवा अज प्रवान करना। कल 5वां दिन है तो कल 5 बजे ही आप प्रभात फेरी परिक्रमा गुरु महाराज जी आरंभ कर देनी है। सारी संगत ने समय नाल पहुंचना तो कल 11:30 बजे फिर सजे अखंड पाठ से जाप भी आरंभ होने ने। वध चढ़ के हाजरी भर के गुरु दी गल्लां सुन के अपना जीवन सवारना जी, होइयां भुलां दी खिमा करना, गुरु दे वचन जान के अपने हृदय विच वसाउण दा यतन करना। आओ 2 मिनट दा सिमरन ते समाप्ति। वाहे गुरु